ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਸਤਿਕਾਰਯੋਗ ਸਾਥੀਓ, ਅੱਜ 26 ਜਨਵਰੀ ਹੈ ਔਰ ਅੱਜ ਤੋਂ ਠੀਕ 74 ਸਾਲ ਪਹਿਲਾਂ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਔਰ ਇਹ ਸੰਵਿਧਾਨ ਜਿਸ ਦੇ ਵਿੱਚ ਸਾਡੇ ਲਈ ਬਾਬਾ ਸਾਹਿਬ ਜੀ ਨੇ ਹੱਕ ਲਿਖ ਕੇ ਦਿੱਤੇ ਔਰ ਇਹਨਾਂ ਹੱਕਾਂ ਦੇ ਕਰਕੇ ਅਸੀਂ ਆਜ਼ਾਦੀ ਮਾਣਨ ਲੱਗੇ। ਅਸੀਂ ਬੰਦਿਆਂ ਦੇ ਵਿੱਚ ਪੈਦਾ ਹੋਏ, ਅਸੀਂ ਅੰਬੇਡਕਰਵਾਦ ਦੇ ਵਿੱਚ ਆਏ, ਅਸੀਂ ਸੰਵਿਧਾਨ ਦੇ ਯੁੱਗ ਦੇ ਵਿੱਚ ਆਏ। ਇਹ ਹਿੰਦੀ ਦੇ ਵਿੱਚ ਹੈ ਭਾਰਤੀ ਸੰਵਿਧਾਨ ਔਰ ਇਹ ਪੰਜਾਬੀ ਦੇ ਵਿੱਚ ਹੈ ਭਾਰਤੀ ਸੰਵਿਧਾਨ, ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਇਕੱਲਿਆਂ ਨੇ 2 ਸਾਲ 11 ਮਹੀਨੇ 18 ਦਿਨ ਲਾ ਕੇ ਇਹ ਲਿਖ ਕੇ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਸਪੁਰਦ ਕੀਤਾ ਸੀ ਔਰ ਇਹਦੇ ਵਿੱਚ ਡਾਕਟਰ BR ਅੰਬੇਡਕਰ ਜੀ ਚੇਅਰਮੈਨ ਸਨ ਔਰ N ਮਾਧਵ ਰਾਓ, ਸੈਯਦ ਸਦਉੱਲਾ, ਅਲਾਦੀ ਕ੍ਰਿਸ਼ਨ ਸਵਾਮੀ ਅਈਅਰ, SN ਮੁਖਰਜੀ, ਜੁਗਲ ਕਿਸ਼ੋਰ ਖੰਨਾ, ਕੇਵਲ ਕ੍ਰਿਸ਼ਨ ਅਫਸਰ ਅਧਿਕਾਰੀ ਸਨ। ਔਰ ਇਹ 26 ਜਨਵਰੀ 1950 ਨੂੰ ਲਾਗੂ ਹੋਇਆ, ਅੱਜ ਤੋਂ 74 ਸਾਲ ਪਹਿਲਾਂ। ਔਰ ਇਸ ਸੰਵਿਧਾਨ ਦੇ ਲਾਗੂ ਹੋਣ ਨਾਲ ਭਾਰਤ ਦੀਆਂ ਜਿੰਨੀਆਂ ਵੀ ਰਾਜਾਸ਼ਾਹੀ ਰਿਆਸਤਾਂ ਸਨ, ਸਾਰੀਆਂ ਨੂੰ ਇਕਮੁੱਠ ਕੀਤਾ, ਇਕੱਠੇ ਕਰਕੇ ਇੱਕ ਭਾਰਤ ਦਾ ਨਿਰਮਾਣ ਕੀਤਾ ਔਰ ਅੰਬੇਡਕਰ ਯੁੱਗ, ਸੰਵਿਧਾਨਕ ਯੁੱਗ ਸ਼ੁਰੂ ਹੋਇਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਇੱਕ ਨਵਾਂ ਯੁੱਗ ਸ਼ੁਰੂ ਕਰ ਦਿੱਤਾ, ਇੱਕ ਯੁੱਗ ਪਲਟਾਊ ਜਿਹੜਾ ਹੋਇਆ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ। ਔਰ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਸੰਵਿਧਾਨ ਹੈ ਜੋ ਲੋਕਤੰਤਰ ਵਿੱਚ ਸਿਰਜਿਆ ਗਿਆ, ਜਿਸ ਦਾ ਮੁਖੀ ਘੜਨਹਾਰ ਸਿਰਜਣਹਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸੀ। ਉਹਨਾਂ ਨੇ ਮਨੂ ਸਿਮਰਤੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਮਨੂ ਸਿਮਰਤੀ ਦੀਆਂ ਸਾਰੀਆਂ ਧਾਰਾਵਾਂ ਜੋ ਸਿਰਫ ਇੱਕ ਖਾਸ ਵਰਗ ਨੂੰ ਹੀ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ, ਨੈਤਿਕ ਅਤੇ ਵਿਦਿਅਕ ਅਧਿਕਾਰ ਦਿੰਦੀਆਂ ਸਨ, ਜਲਾ ਦਿੱਤਾ ਗਿਆ ਅਤੇ ਉਸ ਦੀ ਥਾਂ ਇੱਕ ਅਜਿਹਾ ਪ੍ਰਜਾਤੰਤਰਿਕ ਕਾਨੂੰਨ ਰਚਿਆ ਗਿਆ ਜਿਸ ਵਿੱਚ ਭਾਰਤ ਦੀ ਸਮੂਹ ਜਨਤਾ ਨੂੰ ਸ਼ਕਤੀਮਾਨ ਤੇ ਬਰਾਬਰ ਦੀ ਅਧਿਕਾਰੀ ਕਰਾਰ ਦਿੱਤਾ ਗਿਆ। ਭਾਰਤੀ ਨਾਗਰਿਕਾਂ ਦੇ ਮੁੱਢਲੇ ਬੁਨਿਆਦੀ ਅਧਿਕਾਰ ਇਸ ਪ੍ਰਕਾਰ ਹਨ। ਨੰਬਰ 1, ਸਮਾਨਤਾ ਦਾ ਅਧਿਕਾਰ, ਭਾਵ ਸਾਰੇ ਹੀ ਭਾਰਤੀ ਨਾਗਰਿਕ ਬਿਨਾਂ ਕਿਸੇ ਜਾਤ, ਜਨਮ, ਊਚ ਨੀਚ ਦੇ ਬਰਾਬਰ ਹਨ। ਇਸ ਸੰਵਿਧਾਨ ਤੋਂ ਪਹਿਲਾਂ ਕੋਈ ਬਰਾਬਰ ਨਹੀਂ ਸੀ ਔਰ ਇਹ ਸੰਵਿਧਾਨ ਬਣਨ ਦੇ ਨਾਲ ਸਾਰੇ ਬਰਾਬਰ ਹੋ ਗਏ ਔਰ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹਨ ਇਸ ਸੰਵਿਧਾਨ ਬਣਨ ਤੋਂ ਬਾਅਦ। ਔਰ ਸੁਤੰਤਰ ਦਾ ਅਧਿਕਾਰ, ਭਾਵ ਭਾਰਤ ਦੇ ਸਮੂਹ ਨਾਗਰਿਕਾਂ ਨੂੰ ਬਰਾਬਰ ਦੀ ਆਜ਼ਾਦੀ ਹੈ, ਕਿਤੇ ਵੀ ਘੁੰਮ ਫਿਰ ਸਕਦੇ, ਉਸ ਨੂੰ ਘੁੰਮਣ ਫਿਰਨ ਦੀ ਪੂਰੀ ਸੁਤੰਤਰਤਾ ਹੈ। ਔਰ ਸ਼ੋਸ਼ਣ ਵਿਰੁੱਧ ਅਧਿਕਾਰ, ਭਾਵ ਕੋਈ ਇੱਕ ਵਿਅਕਤੀ ਕਿਸੇ ਵੀ ਦੂਜੇ ਵਿਅਕਤੀ ਦਾ ਕਿਸੇ ਵੀ ਕਿਸਮ ਦਾ ਸ਼ੋਸ਼ਣ ਨਹੀਂ ਕਰ ਸਕਦਾ। ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਭਾਵ ਹਰ ਇੱਕ ਆਦਮੀ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ ਦਾ ਜਾਂ ਛੱਡਣ ਦੀ ਆਜ਼ਾਦੀ ਹੈ। ਉਸ ਧਾਰਮਿਕ ਆਜ਼ਾਦੀ ਵਿੱਚ ਸਰਕਾਰ ਦਖਲ ਨਹੀਂ ਦੇ ਸਕਦੀ। ਸਰਕਾਰ ਨਹੀਂ ਕਹਿ ਸਕਦੀ ਕਿ ਤੂੰ ਮੁਸਲਮਾਨ ਨਾ ਬਣ, ਤੂੰ ਹਿੰਦੂ ਨਾ ਬਣ, ਤੂੰ ਬੋਧੀ ਨਾ ਬਣ, ਤੂੰ ਕੁਛ ਹੋਰ ਨਾ ਬਣ। ਰਾਜ ਜਾਂ ਸਰਕਾਰ ਦਾ ਆਪਣਾ ਖਾਸਾ ਵੀ ਧਰਮ ਨਿਰਪੱਖ ਹੋਵੇਗਾ। ਜਿਹੜੀਆਂ ਸਰਕਾਰਾਂ ਹੋਣਗੀਆਂ ਉਹ ਧਰਮ ਨਿਰਪੱਖ ਹੋਣਗੀਆਂ। ਨੰਬਰ 5, ਸੱਭਿਆਚਾਰ ਅਤੇ ਵਿੱਦਿਆ ਦਾ ਅਧਿਕਾਰ, ਭਾਰਤ ਦਾ ਕੋਈ ਵੀ ਨਾਗਰਿਕ ਜੋ ਭਾਰਤ ਦੇ ਵਿੱਚ ਪੈਦਾ ਹੋਇਆ ਕਿਸੇ ਵੀ ਸੱਭਿਆਚਾਰ ਨੂੰ ਅਪਣਾਉਣ ਦਾ ਅਧਿਕਾਰ ਰੱਖਦਾ ਹੈ। ਉਸ ਨੂੰ ਪੜ੍ਹਨ ਦਾ, ਲਿਖਣ ਦਾ, ਬੋਲਣ ਦਾ ਅਤੇ ਆਪਣੇ ਵਿਚਾਰ ਪੇਸ਼ ਕਰਨ ਦਾ ਅਧਿਕਾਰ ਹੈ, ਕਿਉਂਕਿ ਇਸ ਤੋਂ ਪਹਿਲਾਂ ਇਹ ਅਧਿਕਾਰ ਨਹੀਂ ਸੀ। ਔਰ ਨੰਬਰ 6, ਨਿੱਜੀ ਜਾਇਦਾਦ ਰੱਖਣ ਦਾ ਅਧਿਕਾਰ, ਭਾਰਤ ਦੇ ਸਮੂਹ ਨਾਗਰਿਕਾਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਸਕਣ ਦਾ ਹੱਕ ਦਿੱਤਾ ਗਿਆ, ਜਿਸ ਦੀ ਬਾਅਦ ਵਿੱਚ ਸੋਧ ਕਰ ਦਿੱਤੀ ਗਈ। ਨੰਬਰ 7, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਭਾਵ ਇਹਨਾਂ ਅਧਿਕਾਰਾਂ ਦੇ ਖੁੱਸਣ ਤੇ ਵਿਅਕਤੀਆਂ ਨੂੰ ਸੰਵਿਧਾਨਕ ਸੁਰੱਖਿਆ ਪ੍ਰਦਾਨ ਕੀਤੀ ਗਈ। ਇਹਨਾਂ ਅਧਿਕਾਰਾਂ ਤੋਂ ਬੜੀ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 1950 ਈਸਵੀ ਤੋਂ ਪਹਿਲਾਂ ਉਹ ਲੋਕ ਕੌਣ ਸਨ ਜਿਨ੍ਹਾਂ ਪਾਸ ਇਹਨਾਂ ਵਿੱਚੋਂ ਇੱਕ ਵੀ ਅਧਿਕਾਰ ਨਹੀਂ ਸੀ, ਤੇ ਉਹ ਕੌਣ ਲੋਕ ਸਨ ਜਿਨ੍ਹਾਂ ਲਈ ਈਸ਼ਵਰ ਨੇ ਵੀ ਸਾਰੇ ਅਤੇ ਇਹਨਾਂ ਤੋਂ ਕਿਤੇ ਵਧੇਰੇ ਅਧਿਕਾਰ 100% ਰਾਖਵੇਂ ਕਰ ਦਿੱਤੇ ਸਨ। ਕਿਸੇ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਦੇਣ ਦੀ
ਹਿੰਮਤ ਕਰੇ। ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਧਾਰਾਵਾਂ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ। ਧਾਰਾ 13 ਇਸ ਸੰਵਿਧਾਨ ਦੇ ਠੀਕ ਲਾਗੂ ਹੋਣ ਤੋਂ ਪਹਿਲਾਂ ਭਾਰਤੀ ਰਾਜ ਖੇਤਰ ਵਿੱਚ ਚਾਲੂ ਵਿਧੀ ਸਮੇਂ ਪ੍ਰਭਾਵੀ ਕੋਈ ਅਧਿਆਦੇਸ਼, ਆਦੇਸ਼, ਨਿਯਮ, ਉਪਨਿਯਮ, ਅਧਿਸੂਚਨਾਵਾਂ, ਰਸਮਾਂ ਜਾਂ ਰਿਵਾਜ, ਸਵਰਗ, ਨਰਕ ਔਰ ਜੋ ਪਿਛਲਾ ਜਨਮ, ਅਗਲਾ ਜਨਮ ਸਭ ਸਿਫਰ ਹੋ ਜਾਣਗੀਆਂ। ਔਰ 15 ਧਾਰਾ ਦੇ ਵਿੱਚ ਰਾਜ ਕਿਸੇ ਨਾਗਰਿਕ ਦੇ ਵਿਰੁੱਧ ਕੇਵਲ ਧਰਮ, ਵੰਸ਼, ਜਾਤ, ਲਿੰਗ, ਜਨਮ ਸਥਾਨ ਆਦਿ ਕਿਸੇ ਵਿੱਚੋਂ ਵੀ ਕਿਸੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰੇਗਾ। 16 ਧਾਰਾ ਹੈਗੀ ਹੈ, ਰਾਜ ਅਧੀਨ ਨੌਕਰੀਆਂ ਜਾਂ ਪਦਵੀਆਂ ਤੇ ਨਿਯੁਕਤੀ ਦੇ ਸੰਬੰਧ ਵਿੱਚ ਸਾਰੇ ਨਾਗਰਿਕਾਂ ਲਈ ਮੌਕਿਆਂ ਵਿੱਚ ਬਰਾਬਰਤਾ ਹੋਵੇਗੀ, ਸਮਤਾ ਹੋਵੇਗੀ। ਔਰ ਨੰਬਰ 17 ਧਾਰਾ ਹੈਗੀ, ਛੂਆ-ਛਾਤ ਦਾ ਅੰਤ ਕੀਤਾ ਜਾਂਦਾ ਹੈ ਔਰ ਉਸ ਦੀ ਕਿਸੇ ਰੂਪ ਵਿੱਚ ਅਮਲ ਦੀ ਮਨਾਹੀ ਕੀਤੀ ਜਾਂਦੀ ਹੈ। ਛੂਆ-ਛਾਤ ਤੋਂ ਪੈਦਾ ਹੋਈ ਅਯੋਗਤਾ ਨੂੰ ਲਾਗੂ ਕਰਨਾ ਅਪਰਾਧ ਹੋਵੇਗਾ ਜੋ ਕਾਨੂੰਨ ਅਨੁਸਾਰ ਦੰਡਯੋਗ ਹੋਵੇਗਾ। 18 ਧਾਰਾ ਦੇ ਨਾਲ ਸੈਨਾ ਜਾਂ ਵਿੱਦਿਆ ਸੰਬੰਧੀ ਉਪਾਧੀ ਦੇ ਸਿਵਾ ਹੋਰ ਕੋਈ ਖਿਤਾਬ ਰਾਜ ਪ੍ਰਦਾਨ ਨਹੀਂ ਕਰੇਗਾ। ਭਾਰਤ ਦਾ ਕੋਈ ਨਾਗਰਿਕ ਕਿਸੇ ਵਿਦੇਸ਼ੀ ਰਾਜ ਤੋਂ ਕੋਈ ਖਿਤਾਬ ਸਵੀਕਾਰ ਨਹੀਂ ਕਰੇਗਾ। ਧਾਰਾ 21 ਕਿਸੇ ਵਿਅਕਤੀ ਨੂੰ ਆਪਣੇ ਪ੍ਰਾਣ ਅਤੇ ਸਰੀਰਕ ਸੰਵਿਧਾਨ ਸਵਾਧੀਨਤਾ ਤੋਂ ਵਿਧੀ ਦੁਆਰਾ ਸਥਾਪਿਤ ਪ੍ਰਬੰਧ ਨੂੰ ਛੱਡ ਕੇ ਹੋਰ ਕਿਸੇ ਤਰ੍ਹਾਂ ਵਾਂਝਾ ਨਹੀਂ ਕੀਤਾ ਜਾਵੇਗਾ। ਧਾਰਾ 23 ਮਨੁੱਖ ਦੀ ਖਰੀਦਦਾਰੀ ਅਤੇ ਵਿਗਾੜ ਇਸੇ ਪ੍ਰਕਾਰ ਦਾ ਹੋਰ ਜ਼ਬਰਦਸਤੀ ਲਿਆ ਕੰਮ ਮਨ੍ਹਾ ਕੀਤਾ ਜਾਂਦਾ ਹੈ। ਜਿਹੜੀ ਧਾਰਾ 23 ਹੈ ਉਹ ਮਨੁੱਖ ਨੂੰ ਖਰੀਦਣ ਨਹੀਂ, ਮਨੁੱਖ ਦੀ ਵਿਕਰੀ ਨਹੀਂ ਹੋਵੇ। ਧਾਰਾ 21 ਕਿਸੇ ਵਿਅਕਤੀ ਨੂੰ ਆਪਣੇ ਪ੍ਰਾਣ ਅਤੇ ਸਰੀਰਕ ਸੰਵਿਧਾਨ ਸਵਾਧੀਨਤਾ ਤੋਂ ਵਿਧੀ ਦੁਆਰਾ ਸਥਾਪਿਤ ਪ੍ਰਬੰਧ ਨੂੰ ਛੱਡ ਕੇ ਹੋਰ ਕਿਸੇ ਤਰ੍ਹਾਂ ਵਾਂਝਾ ਨਹੀਂ ਕੀਤਾ ਜਾਵੇਗਾ। ਧਾਰਾ 23 ਮਨੁੱਖ ਦੀ ਖਰੀਦਦਾਰੀ ਅਤੇ ਵਿਗਾੜ ਇਸੇ ਪ੍ਰਕਾਰ ਦਾ ਹੋਰ ਜ਼ਬਰਦਸਤੀ ਲਿਆ ਕੰਮ ਮਨ੍ਹਾ ਕੀਤਾ ਜਾਂਦਾ ਹੈ। ਜਿਹੜੀ ਧਾਰਾ 23 ਹੈ ਉਹ ਮਨੁੱਖ ਨੂੰ ਖਰੀਦਣ ਨਹੀਂ, ਮਨੁੱਖ ਦੀ ਵਿਕਰੀ ਨਹੀਂ ਹੋਵੇਗੀ ਔਰ ਮਨੁੱਖ ਦੇ ਕੋਲੋਂ ਜਬਰੀ ਕੰਮ ਨਹੀਂ ਕਰਾਇਆ ਜਾਵੇਗਾ ਬਗੈਰ ਪੈਸਿਆਂ ਤੋਂ, ਉਸ ਤੋਂ ਵਿਗਾੜ ਨਹੀਂ ਕਰਾਈ ਜਾਵੇਗੀ। ਪਹਿਲਾਂ ਵਿਗਾੜ ਹੁੰਦੀ ਸੀ, ਮਨੁੱਖ ਨੂੰ ਵੇਚਿਆ ਜਾਂਦਾ ਸੀ। ਧਾਰਾ 24 ਜਿਹੜੀ ਹੈ ਉਹ 14 ਵਰਸ਼ ਤੋਂ ਘੱਟ ਉਮਰ ਵਾਲੇ ਕਿਸੇ ਬਾਲਕ ਨੂੰ ਕਿਸੇ ਖਤਰਨਾਕ ਨੌਕਰੀ ਵਿੱਚ ਨਹੀਂ ਲਗਾਇਆ ਜਾਵੇਗਾ। ਧਾਰਾ 28 ਰਾਜ ਦੁਆਰਾ ਪੂਰੀ ਤਰ੍ਹਾਂ ਬਣਾਈ ਗਈ ਕਿਸੇ ਸਿੱਖਿਆ ਸੰਸਥਾ 'ਚ ਕੋਈ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਵੇਗੀ। ਸੰਵਿਧਾਨ ਰਾਹੀਂ ਆਰੀਆ ਵਰਤ, ਜੰਬੂ ਦੀਪ, ਹਿੰਦੁਸਤਾਨ ਆਦਿ ਨਾਵਾਂ ਦੀ ਥਾਂ ਪਹਿਲੀ ਵਾਰ ਭਾਰਤ ਨਾਂ ਦਿੱਤਾ ਗਿਆ, ਜਿਸ ਦਾ ਅਰਥ ਹੈ ਸੱਚ ਨੂੰ ਬਚਾਉਣ ਵਾਲਾ ਭਾਰਤ। ਸੰਵਿਧਾਨ ਰਾਹੀਂ ਬਰਾਬਰੀ, ਆਜ਼ਾਦੀ, ਭਾਈਚਾਰਾ, ਭਰਾਤਰੀ ਭਾਵ ਅਤੇ ਇਨਸਾਫ ਦੀ ਨੀਂਹ ਰੱਖੀ ਗਈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਇੱਕ ਮੰਗ ਪੱਤਰ ਤਿਆਰ ਕੀਤਾ ਜਿਸ ਰਾਹੀਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਪਛੜੀਆਂ ਸ਼੍ਰੇਣੀਆਂ, ਰਾਜਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰ ਨਵੇਂ ਭਾਰਤੀ ਸੰਵਿਧਾਨ ਵਿੱਚ ਸੁਰੱਖਿਅਤ ਕੀਤੇ ਜਾਣ ਦੀ ਮੰਗ ਰੱਖੀ ਗਈ ਤੇ ਇਸ ਮੰਗ ਪੱਤਰ ਵਿੱਚ ਸੰਵਿਧਾਨਕ ਧਾਰਾ ਵਾਂਗ ਹੀ ਲਿਖਿਆ ਗਿਆ ਸੀ ਕਿ ਇਸ ਨੂੰ ਸੰਵਿਧਾਨ ਵਿੱਚ ਦਰਜ ਕੀਤਾ ਜਾਵੇ। ਪਰੰਤੂ ਨਹਿਰੂ, ਪਟੇਲ, ਰਜਿੰਦਰ ਪ੍ਰਸਾਦ, ਐਸ ਮੁਖਰਜੀ, KM ਮੁਨਸ਼ੀ ਆਦਿ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਕਿਉਂਕਿ ਉਹ ਬਾਬਾ ਸਾਹਿਬ ਦੇ ਵਿਰੋਧੀ ਸਨ। ਪਰ ਬਾਬਾ ਸਾਹਿਬ ਜੀ ਬਹੁਤ ਪੜ੍ਹੇ ਲਿਖੇ ਸਨ, ਉਸ ਵੇਲੇ ਦੁਨੀਆ ਦੇ 6ਵੇਂ ਪੜ੍ਹੇ ਲਿਖੇ ਸਨ ਬਾਬਾ ਸਾਹਿਬ। ਔਰ ਬਾਬਾ ਸਾਹਿਬ ਜੀ ਨੇ ਹੋਰ ਧਾਰਾ 15, 23, 29 ਔਰ 25 ਵਿੱਚ ਧਰਮ, ਨਸਲ, ਜਾਤ ਤੇ ਲਿੰਗ ਦੇ ਆਧਾਰ ਤੇ ਕੀਤੇ ਜਾਂਦੇ ਵਿਤਕਰਿਆਂ ਦੀ ਮਨਾਹੀ ਕੀਤੀ ਹੈ ਜੋ ਸਧਾਰਨ ਜੀਵਨ ਦੇ ਆਮ ਖੇਤਰਾਂ ਨਾਲ ਸੰਬੰਧਿਤ ਹਨ। ਧਾਰਾ 46, 330 ਅਤੇ 335। ਧਾਰਾ 46 ਵਿੱਚ ਵਿੱਦਿਅਕ ਅਤੇ ਆਰਥਿਕ ਖੇਤਰਾਂ ਵਿੱਚੋਂ ਕਮਜ਼ੋਰ ਵਰਗਾਂ ਵਿਸ਼ੇਸ਼ ਕਰਕੇ ਅਛੂਤਾਂ SC ST ਦੀ ਉੱਨਤੀ ਲਈ ਵਿਸ਼ੇਸ਼ ਧਿਆਨ ਦੇਣ ਦਾ ਨਿਰਦੇਸ਼ ਦਿੱਤਾ ਹੈ ਅਤੇ ਉਹਨਾਂ ਲੋਕਾਂ ਨੂੰ ਸਮਾਜਿਕ ਬੇਇਨਸਾਫੀ ਅਤੇ ਸ਼ੋਸ਼ਣ ਤੋਂ ਬਚਾਉਣ ਦੀ ਗੱਲ ਕਹੀ ਗਈ ਹੈ। ਧਾਰਾ 330 ਵਿੱਚ ਕਮਜ਼ੋਰ ਵਰਗਾਂ ਲਈ ਲੋਕ ਸਭਾ ਵਿੱਚੋਂ ਸੀਟਾਂ ਦੇ ਰਾਖਵਾਂਕਰਨ ਦੀ ਸਹੂਲਤ ਹੈ। ਧਾਰਾ 332 ਵਿੱਚ ਰਾਜ ਵਿਧਾਨ ਸਭਾਵਾਂ ਅੰਦਰ ਇਹਨਾਂ ਦੇ ਕਮਜ਼ੋਰ ਵਰਗਾਂ ਦੇ ਰਾਖਵੇਂਕਰਨ ਦਾ ਪ੍ਰਬੰਧ ਕਰਦੀ ਹੈ। ਧਾਰਾ 335 ਸਰਕਾਰੀ ਨੌਕਰੀਆਂ ਵਿੱਚ ਉਹਨਾਂ ਵਰਗਾਂ ਨੂੰ ਵਿਸ਼ੇਸ਼ ਪ੍ਰਤੀਨਿਧਤਾ ਦੇਣ ਦੀ ਗੱਲ ਕਰਦੀ ਹੈ। ਧਾਰਾ 341 ਤੇ 342 ਰਾਸ਼ਟਰਪਤੀ ਨੂੰ ਜਾਤਾਂ ਸੰਬੰਧੀ ਅਧਿਆਦੇਸ਼ ਜਾਰੀ ਕਰਨ ਦਾ ਅਧਿਕਾਰ ਦਿੰਦੀ ਹੈ। ਧਾਰਾ 164 ਰਾਜਾਂ ਵਿੱਚ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਦੀ ਭਲਾਈ ਲਈ ਮੰਤਰੀ ਨਿਯੁਕਤ ਕਰਨ ਦਾ ਆਦੇਸ਼ ਦਿੰਦੀ ਹੈ।
ਧਾਰਾ 337 ਰਾਜਾਂ ਵਿੱਚ ਅਨੁਸੂਚਿਤ ਜਾਤੀਆਂ ਦੀ ਭਲਾਈ ਸੰਬੰਧੀ ਕਮਿਸ਼ਨ ਨਿਯੁਕਤ ਕਰਨ ਦਾ ਆਦੇਸ਼ ਦਿੰਦੀ ਹੈ। ਧਾਰਾ 338 ਵਿੱਚ ਅਨੁਸੂਚਿਤ ਜਾਤੀਆਂ ਜਨਜਾਤੀਆਂ ਵਾਸਤੇ ਇੱਕ ਵਿਸ਼ੇਸ਼ ਅਫਸਰ ਹੋਣ ਬਾਰੇ ਕਿਹਾ ਗਿਆ ਹੈ ਜੋ ਇਹਨਾਂ ਦੀ ਸੁਰੱਖਿਆ ਸੰਬੰਧੀ ਮਾਮਲਿਆਂ ਦੀ ਜਾਂਚ ਕਰੇਗਾ। ਤਾਂ ਇਹ ਭਾਰਤੀ ਸੰਵਿਧਾਨ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ 26 ਜਨਵਰੀ 1950 ਨੂੰ ਲਾਗੂ ਕੀਤਾ ਸੀ ਔਰ 26 ਨਵੰਬਰ 1949 ਨੂੰ ਇਹ 2 ਸਾਲ 11 ਮਹੀਨੇ 18 ਦਿਨ ਲਾ ਕੇ ਕੰਪਲੀਟ ਕਰ ਦਿੱਤਾ ਸੀ ਔਰ ਉਸੇ ਹੀ ਦਿਨ ਰਜਿੰਦਰ ਪ੍ਰਸਾਦ ਜੋ ਸੰਵਿਧਾਨ ਸਭਾ ਦੇ ਚੇਅਰਮੈਨ ਸਨ ਉਹਨਾਂ ਨੂੰ ਸੌਂਪਿਆ ਸੀ ਔਰ ਸੰਵਿਧਾਨ ਲਿਖਣ ਦੇ ਚੇਅਰਮੈਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸਨ ਔਰ ਬਾਕੀ ਦੇ ਜਿਹੜੇ ਨਾਲ ਸਾਥੀ ਸਨ 5-6 ਹੋਰ ਉਹ ਕੋਈ ਇੱਕ ਮਰ ਗਿਆ, ਇੱਕ ਬਾਹਰ ਚਲੇ ਗਿਆ, ਇੱਕ ਬਿਮਾਰ ਰਹਿਣ ਲੱਗ ਗਿਆ, ਇੱਕ ਕੋਲ ਨਹੀਂ ਆਇਆ, ਦੂਰ ਰਹਿੰਦਾ ਸੀ ਤੇ ਇੱਕ ਦਿੱਲੀ ਦੇ ਵਿੱਚ ਰਹਿੰਦਾ ਸੀ। ਉਸ ਨੇ ਮਾੜੀ ਮੋਟੀ ਬਾਬਾ ਸਾਹਿਬ ਦੀ ਮਦਦ ਕੀਤੀ। ਬਾਕੀ ਸਾਰਾ ਹੀ ਕੰਮ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਲਿਖਿਆ ਔਰ ਕੀਤਾ ਔਰ ਬਾਬਾ ਸਾਹਿਬ ਜੀ ਨੇ ਆਪਣੇ ਹਿਸਾਬ ਦੇ ਨਾਲ ਬਹੁਤ ਕੁਝ ਇਸ ਸੰਵਿਧਾਨ ਦੇ ਵਿੱਚ ਲਿਖਣਾ ਸੀ, ਪਰ ਉਹ ਮਨੂਵਾਦੀ ਟੋਲਾ ਬਾਬਾ ਸਾਹਿਬ ਦੀ ਲਿਖਤ ਨੂੰ 2-2 3-3 ਵਾਰੀ ਪੜ੍ਹਦੇ, ਚੈੱਕ ਕਰਦੇ ਔਰ ਫਿਰ ਬਾਬਾ ਸਾਹਿਬ ਨੂੰ ਦੱਸਦੇ ਕਿ ਇੱਥੋਂ ਇੱਦਾਂ ਨਹੀਂ ਇੱਦਾਂ ਲਿਖ, ਇੱਥੋਂ ਇੱਦਾਂ ਨਹੀਂ ਇੱਦਾਂ ਲਿਖ। ਫਿਰ ਵੀ ਬਾਬਾ ਸਾਹਿਬ ਨੇ ਬਹੁਤ ਕੁਝ ਲਿਖਿਆ ਸਾਡੇ ਲਈ ਔਰ ਹੁਣ ਬੇਈਮਾਨ ਲੋਕ ਇਸ ਸੰਵਿਧਾਨ ਨੂੰ ਖਤਮ ਕਰਨ 'ਤੇ ਤੁਲੇ ਹੋਏ ਹਨ, ਕਿਉਂਕਿ ਜਦੋਂ ਇਹ ਸੰਵਿਧਾਨ ਲਿਖਿਆ ਉਸ ਵੇਲੇ ਵੀ ਮਨੂਵਾਦੀ ਲੋਕਾਂ ਨੇ, RSS ਦੇ ਲੋਕਾਂ ਨੇ ਉਸ ਦੇ ਉੱਤੇ ਸਾਈਨ ਨਹੀਂ ਕੀਤੇ ਔਰ ਜਿਹੜੇ 3-4 ਸਿੱਖ ਵੀ ਉਸ ਵੇਲੇ ਮੈਂਬਰ ਪਾਰਲੀਮੈਂਟ ਸਨ ਉਹਨਾਂ ਨੇ ਵੀ ਉਸ ਵੇਲੇ ਸਾਈਨ ਨਹੀਂ ਕੀਤੇ, ਉਹ RSS ਦੇ ਮਗਰ ਲੱਗ ਕੇ। ਇਸੇ ਕਰਕੇ ਸਿੱਖ ਅਜੇ ਤੱਕ ਵੀ ਸੰਵਿਧਾਨ ਨੂੰ ਨਹੀਂ ਮੰਨਦੇ ਕਿ 25 ਧਾਰਾ ਦੇ ਵਿੱਚ ਗਲਤ ਲਿਖਿਆ ਹੈ, ਜਦ ਕਿ 25 ਧਾਰਾ ਦੇ ਵਿੱਚ ਕੁਝ ਵੀ ਗਲਤ ਨਹੀਂ ਲਿਖਿਆ। ਤਾਂ ਇਸ ਕਰਕੇ ਅੱਜ ਸੰਵਿਧਾਨ ਦਿਵਸ ਦੇ ਉੱਤੇ ਮੈਂ ਸਾਰੇ ਹੀ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਆਓ ਸਾਰੇ ਇਕੱਠੇ ਹੋ ਕੇ ਇਸ ਸੰਵਿਧਾਨ ਦੀ ਰੱਖਿਆ ਕਰੀਏ, ਕਿਉਂਕਿ ਸੰਵਿਧਾਨ ਹੈ ਤਾਂ ਅਸੀਂ ਹਾਂ, ਸੰਵਿਧਾਨ ਹੈ ਤਾਂ ਸਾਡੀ ਹੋਂਦ ਹੈ। ਅਗਰ ਇਹ ਸੰਵਿਧਾਨ ਖਤਮ ਹੋ ਗਿਆ ਤਾਂ ਬੇਈਮਾਨ ਲੋਕ ਫਿਰ ਤੋਂ ਮਨੂ ਸਿਮਰਤੀ ਸ਼ੁਰੂ ਕਰ ਦੇਣਗੇ ਔਰ ਮਨੂ ਸਿਮਰਤੀ ਦੇ ਵਿੱਚ ਸਾਨੂੰ ਗਧਿਆਂ, ਕੁੱਤਿਆਂ, ਬਿੱਲਿਆਂ ਦੇ ਹੈਸੀਅਤ ਦੇ ਨਾਲ ਜਾਣਿਆ ਜਾਂਦਾ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਨੂੰ ਬਚਾਉਣ ਦੀ ਮੁਹਿੰਮ ਦੇ ਵਿੱਚ ਲੱਗੀਏ ਔਰ ਸਾਰੇ ਹੀ ਅੱਜ 26 ਜਨਵਰੀ 1950 ਨੂੰ ਇਸ ਨੂੰ ਜਾਣੀਏ, ਇਸ ਨੂੰ ਸਮਝੀਏ, ਇਸ ਨੂੰ ਪੜ੍ਹੀਏ ਔਰ ਹੋਰ ਜਨ ਤੱਕ ਇਸ ਦੀ ਜਾਣਕਾਰੀ ਭੇਜੀਏ, ਦਈਏ ਲੋਕਾਂ ਨੂੰ ਜਾਣਕਾਰੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਭਾਰਤੀ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ ਹੈ। ਕਿਉਂਕਿ ਭਾਰਤੀ ਸੰਵਿਧਾਨ ਹੀ ਇੱਕ ਇੱਦਾਂ ਦਾ ਗ੍ਰੰਥ ਹੈ, ਇੱਦਾਂ ਦੀ ਕਿਤਾਬ ਹੈ ਭਾਰਤ ਦੀ ਜੋ ਦੇਸ਼ ਨੂੰ ਚਲਾਉਂਦੀ ਹੈ ਔਰ ਇਸ ਸੰਵਿਧਾਨ ਦੇ ਨਾਲ ਹੀ ਸਾਡੀ ਹੋਂਦ ਹੈ। ਸਤਿਕਾਰਯੋਗ ਸਾਥੀਓ, ਅਗਰ ਸੰਵਿਧਾਨ ਹੀ ਨਾ ਰਿਹਾ ਤਾਂ ਸਾਡੀ ਹੋਂਦ ਖਤਮ ਹੋ ਜਾਵੇਗੀ। ਤਾਂ ਅੱਜ ਮੈਂ ਇਸ ਸੰਵਿਧਾਨ ਨੂੰ ਨਮਸਕਾਰ ਕਰਦਾ ਹਾਂ ਔਰ ਸਾਥੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਸ ਸੰਵਿਧਾਨ ਨੂੰ ਸਮਝੋ, ਪੜ੍ਹੋ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ, ਧੰਨ ਗੁਰਦੇਵ।